देखो सेवा केंद्र की जी स्कीम है एक यहो जी स्कीम है मेरे ख्याल राजधानी तो लैके छोटे पिंड तक किसी भी तुसी अगर व्यक्ति को पुछ लोगे तो एक भी बंदा तुहानू पंजाब चो ये नहीं लभ सकता जिहड़ा ये कहे कि इस स्कीम के विच कोई नुक्स है या स्कीम माड़ी है, क्योंकि एडे वड्डे पद्धर के उत्ते इस स्कीम का पिंड पद्धर तक शहरों के विच मुहल्लियां तक ਇਹਦਾ फायदा होया कि जी रोज़ लोगों की तहसीलों के जिलों के जाके खज्जल खराबी होंदी सी वो घर बैठिया उन्होंने जड़ियाँ सैकड़े सर्विस जड़ियाँ वो आराम नाल मिलदी। कोई लॉजिक ही नहीं है सरकार के कोले कि जिहदे विच ये क्लीयर कर सके कि की कारण है कि नुक्स है इस स्कीम के विच जिहदे करके स्कीम बंद की जाए। मैं समझदा कि ये जिहड़ी ईरखा कि अच्छी स्कीम चल रही है ਇਹਦਾ ਲੋਕੀ ਇਹ ना कहन कि सरदार प्रकाश सिंह बादल के टाइम तो शुरू हुई सी, सरदार सुखबीर सिंह बादल ने शुरू की सी, इस स्कीम का ही नाम जोड़ा वो मिटा दो। और मैं सरकार नूं बेनती करदा कि सरकारां दे नाम मिट जाते होंदे गलत काम करने करके कभी भी अच्छा काम जोड़ा वो लोगों के विचों मिटाया नहीं जा सकता। ये लोगों की स्कीम सी, लोगों के वास्ते सी, वो बहुत अच्छी स्कीम सी। सरकार नूं चाहीदा सी कि इहदे विच कोई ना कोई होर वाधा करदी, ਜਿਹੜੀਆਂ ਸਰਵਿਸਿਜ਼ ਹਾਲੇ ਇਹਦੇ ਵਿੱਚ ਨਹੀਂ ਆਈਆਂ ਉਹਨਾਂ ਨੂੰ ਵੀ ਇਹਦੇ ਵਿੱਚ ਲੈ ਕੇ ਆਉਂਦੇ। ਪਰ ਇਸ ਤਰ੍ਹਾਂ ਦਾ ਕੰਮ ਕਰਕੇ ਜਿਹੜਾ ਹੈਗਾ ਇਹ ਬਹੁਤ ਹੀ ਪਿਛਾਂਹ ਖਿੱਚੂ ਕਦਮ ਹੈ ਔਰ ਪੰਜਾਬ ਨੂੰ ਜਿਹੜਾ ਇਹ ਪਿਛੜੇ ਵਾਲੇ ਪਾਸੇ ਲੈ ਕੇ ਜਾਣ ਦਾ ਜਿਹੜਾ ਇਹ ਫੈਸਲਾ ਸਰਕਾਰ ਦਾ। ਇੱਕ ਪੰਚਾਇਤੀ ਚੋਣਾਂ ਨੂੰ ਲੈ ਕੇ ਸਰਕਾਰ ਤਿਆਰੀ ਸ਼ੁਰੂ ਕਰ ਚੁੱਕੀ ਹੈ, ਰਿਪੋਰਟਸ ਲੈਣਾ ਜਿਹੜਾ ਡੀਸੀ ਤੋਂ ਸ਼ੁਰੂ ਕਰਤਾ ਹੈ। ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਵੀ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਗਈ ਹੈ ਤੇ ਜਿਵੇਂ ਨਗਰ ਨਿਗਮ ਇਲੈਕਸ਼ਨਾਂ ਲੰਘ ਕੇ ਗਈਆਂ ਨੇ ਕਿ ਪੰਚਾਇਤੀ ਇਲੈਕਸ਼ਨਾਂ 'ਚ ਵੀ ਲੈ ਕੇ ਸਵਾਲ ਖੜਾ ਹੋ ਸਕਦਾ। ਦੇਖੋ ਪੰਚਾਇਤ ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਮਿੱਥੇ ਸਮੇਂ ਦੇ ਉੱਤੇ ਹੋਣੀਆਂ ਚਾਹੀਦੀਆਂ, ਸਾਨੂੰ ਉਹਦੇ ਵਿੱਚ ਕੋਈ ਇਤਰਾਜ਼ ਨਹੀਂ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ, ਜੇ ਪੰਚਾਇਤਾਂ ਦੀਆਂ ਚੋਣਾਂ ਵੀ ਇਸ ਤਰ੍ਹਾਂ ਡੈਮੋਕ੍ਰੇਸੀ ਦਾ ਮਰਡਰ ਹੋਇਆ ਤੇ ਇਹ ਪੰਜਾਬ ਵਾਸਤੇ ਬਹੁਤ ਘਾਤਕ ਸਿੱਧ ਹੋ। ਇਲੈਕਸ਼ਨਾਂ ਜ਼ਰੂਰ ਹੋਣ ਲੇਕਿਨ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਸਾਡੀ ਜਿਹੜੀ ਸਟਰੈਂਥ ਹੈ ਡੈਮੋਕ੍ਰੇਸੀ ਦੀ ਮਜ਼ਬੂਤੀ ਹੈ ਜਿਹੜੀ ਉਹ ਪਿੰਡਾਂ ਦੇ ਉੱਤੇ, ਪਿੰਡ ਸਾਡੀ ਇਕਾਈ ਹੈ। ਜੇ ਪਿੰਡ ਦੇ ਵਿੱਚ ਡੈਮੋਕ੍ਰੇਸੀ ਦਾ ਅਸੀਂ ਕਤਲ ਕਰ ਦਿੱਤਾ ਤਾਂ ਫਿਰ ਅਸੀਂ ਇਹ ਨਹੀਂ ਸੋਚ ਸਕਦੇ ਕਿ ਉਤਲੇ ਲੈਵਲ ਦੇ ਉੱਤੇ ਡੈਮੋਕ੍ਰੇਸੀ ਬਚੀ ਰਹੂਗੀ। ਇਸ ਕਰਕੇ ਇਲੈਕਸ਼ਨਾਂ ਕਰਾਉਣ ਜੀ ਸਦਕੇ ਕਰਾਉਣ, ਸਮੇਂ ਸਿਰ ਹੋਣੀਆਂ ਚਾਹੀਦੀਆਂ, ਲੇਕਿਨ ਫੈਸਲਾ ਲੋਕੀ ਕਰਨ। ਜਿਵੇਂ ਇੱਥੇ ਫੈਸਲੇ ਹੋਏ ਆ ਕਿ ਜਿਹੜੇ ਪਿੰਡ ਦੇ ਵਾਰਡ ਦੇ ਵੋਟਰ ਆ ਉਹਨਾਂ ਨੂੰ ਡਾਂਗਾ ਮਾਰ ਕੇ ਬਾਹਰ ਕੱਢ ਦਿਓ ਤੇ ਦੂਜੇ ਆ ਕੇ ਉੱਥੇ ਡਾਂਗਾਂ ਵਾਲੇ ਵੋਟਾਂ ਪਾਉਣ, ਇਹ ਕੰਮ ਜੇ ਹੋਇਆ ਤਾਂ ਇਹ ਬਹੁਤ ਘਾਤਕ ਹੋਊਗਾ। ਇਹ ਤੋਂ ਸਰਕਾਰ ਨੂੰ ਸਬਕ ਸਿੱਖਣਾ ਚਾਹੀਦਾ ਕਿ ਜੋ ਕੰਮ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਉਹਦੇ ਵਿੱਚ ਕੀਤਾ ਇਹ ਇੱਥੇ ਨਾ। ਇੱਕ ਥਰਮਲ ਪਲਾਂਟ ਬੰਦ ਕੀਤੇ ਨੇ ਜੀ, ਜਿਹੜਾ ਬਿਜਲੀ ਦਾ ਤੁਹਾਨੂੰ ਲੱਗਦਾ ਕੋਈ ਨਾ ਕੋਈ ਫਰਕ ਪਏਗਾ? ਪਰ ਸਰਕਾਰ ਕਹਿੰਦੀ ਹੈ ਵੀ ਉਹਨਾਂ ਦਾ ਘਾਟਾ ਹੀ ਪੈ ਰਿਹਾ ਸੀ ਉਹਨਾਂ ਨੂੰ। ਸਰਕਾਰ ਦੇਖੋ ਸਰਕਾਰ ਦੀ ਜਿਹੜੀ ਨੀਅਤ ਹੈ ਉਹ ਠੀਕ ਨਹੀਂ, ਸਰਕਾਰ ਦੇ ਜਿਹੜੇ ਸਲਾਹਕਾਰ ਹੈ ਉਹ ਨੇਕ ਨਹੀਂ। ਇੱਕ ਪਾਸੇ ਬੜੀ ਮੁਸ਼ਕਿਲ ਦੇ ਨਾਲ ਬਿਜਲੀ ਪੈਦਾ ਕਰਕੇ ਜਿਹੜੀ ਹੈ ਸਟੇਟ ਨੂੰ ਸਰਪਲਸ ਅਸੀਂ ਕਰਕੇ ਗਏ ਹਾਂ, ਹੁਣ ਇਹ ਦੁਬਾਰਾ ਸਟੇਟ ਨੂੰ ਜਿਹੜੀ ਹੈ ਉਹ ਘਾਟੇ ਵਾਲੇ ਪਾਸੇ ਲੈ ਕੇ ਜਾਣਗੇ। ਬਿਜਲੀ ਦੀ ਖਪਤ ਜਿਹੜੀ ਹੈ ਡੇ ਬਾਏ ਡੇ ਵੱਧ ਰਹੀ ਹੈ, ਤੁਸੀਂ ਪਹਿਲੀ ਪ੍ਰੋਡਕਸ਼ਨ ਬੰਦ ਕਰ ਦਿਓਗੇ ਤੇ ਸੂਬੇ ਦੇ ਵਿੱਚ ਦੁਬਾਰਾ ਬਿਜਲੀ ਦੀ ਕਮੀ ਜਿਹੜੀ ਹੈ ਉਹ ਨਜ਼ਰ ਆਉਣ ਲੱਗ ਜਾਊ। ਔਰ ਇੱਕ ਜਿਹੜੇ ਐਮਪਲਾਇਮੈਂਟ ਦਾ ਤੁਸੀਂ ਬੜਾ ਵੱਡਾ ਨਾਅਰਾ ਦਿੱਤਾ ਸੀ, ਜਿਹੜੇ 25-25 30 ਸਾਲਾਂ ਤੋਂ ਵਿਚਾਰੇ 7-8 ਹਜ਼ਾਰ ਦੇ ਉੱਤੇ ਆਊਟਸੋਰਸ ਕਾਮੇ ਥਰਮਲ ਪਲਾਂਟ ਚਲਾ ਰਹੇ ਆ, ਉਹਨਾਂ ਨੂੰ ਅਸੀਂ ਰੈਗੂਲਰ ਕਰਨ ਵਾਸਤੇ ਐਕਟ ਬਣਾ ਕੇ ਗਏ ਸੀ। ਇਹ ਹੁਣ ਉਹਨਾਂ ਵਿਚਾਰਿਆਂ ਨੂੰ ਜਿਨ੍ਹਾਂ ਨੇ ਇੰਨੇ ਸਾਲ ਥਰਮਲ ਪਲਾਂਟਾਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਹੁਣ ਬੇਰੁਜ਼ਗਾਰ ਕਰਕੇ ਜਿਹੜਾ ਉਹ ਫਿਰ ਅੱਗੇ ਕਿਸਾਨ ਖੁਦਕੁਸ਼ੀ ਕਰ ਰਿਹਾ, ਹੌਲੀ ਹੌਲੀ ਬਾਕੀ ਲੋਕਾਂ ਨੂੰ ਵੀ ਮਜਬੂਰ ਕਰਨਗੇ ਕਿ ਜੇ ਇਸ ਉਮਰ 'ਚ 7-8 ਹਜ਼ਾਰ ਤੇ ਵਿਚਾਰਾ 20-25 ਸਾਲ ਤੋਂ ਲੱਗਿਆ, ਉਹਦੇ 'ਚ ਬਹੁਤ ਥੋੜ੍ਹੇ ਰੈਗੂਲਰ ਮੁਲਾਜ਼ਮ ਨੇ, ਬਾਕੀ ਸਾਰੇ ਵਰਕ ਚਾਰਜ ਤੇ ਆਊਟਸੋਰਸ ਮੁਲਾਜ਼ਮ। ਇਸ ਕਰਕੇ ਬੜਾ ਮੰਦਭਾਗਾ ਫੈਸਲਾ ਹੈ, ਉਹ ਸਰਕਾਰ ਨੂੰ ਇਹਨੂੰ ਰਿਵਿਊ ਕਰਨਾ ਚਾਹੀਦਾ। ਠੀਕ ਹੈ। ਬੈਂਕਾਂ ਦੀ ਕਿਸ ਤਰ੍ਹਾਂ ਦੀ ਕਾਰਜਸ਼ੀਲਤਾ ਦੇਖ ਰਹੇ ਹੋ ਜੀ ਕਿ ਕਿਸਾਨ ਹਜੇ ਵੀ ਜਿਹੜੀਆਂ ਆਤਮ ਹੱਤਿਆ ਕਰ ਰਹੇ ਨੇ, ਘੱਟ ਏਕੜ ਵਾਲੇ ਕਰ ਰਹੇ ਨੇਗੇ ਤੇ ਸਰਕਾਰ ਦਾ ਹਜੇ ਕਰਜ਼ ਮਾਫੀ ਨੂੰ ਨਹੀਂ ਹੋਇਆ, ਤੇ ਦੂਜੇ ਪਾਸੇ ਬੈਂਕਾਂ ਦੀ ਜਿਹੜੀ ਹੈ ਕੀ ਸ਼ੁਰੂਆਤ ਕਹਿ ਸਕਦੇ ਹਾਂ ਵੀ ਖਿਲਾਫ ਕਾਰਵਾਈ ਦੀ? ਦੇਖੋ ਕਾਂਗਰਸ ਸਰਕਾਰ ਨੇ ਕਿਸਾਨੀ ਦੇ ਨਾਲ ਏਡਾ ਵੱਡਾ ਫਰਾਡ ਕੀਤਾ। ਪਹਿਲਾਂ ਫਰਾਡ ਕੀਤਾ, ਦੂਜਾ ਇਹ ਹੈ ਕਿ ਉਹਨੂੰ ਇਹ ਨਾਅਰਾ ਦੇ ਕੇ ਕਿ ਤੂੰ ਆਪਣਾ ਕਰਜ਼ਾ ਵਾਪਸ ਨਹੀਂ ਕਰਨਾ, ਉਹਨੂੰ ਹੋਰ ਕਰਜ਼ਾਈ ਕੀਤਾ, ਉਹਦੇ 'ਤੇ ਪੈਨਲਟੀ ਵਿਆਜ ਦੀ ਲੱਗੀ ਹੈ, ਉਹਦੇ 'ਤੇ ਭਾਰ ਕਰਜ਼ੇ ਦਾ ਹੋਰ ਵਧਿਆ। ਔਰ ਤੀਜਾ ਇਹ ਹੈ ਕਿ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹੀ ਜਾਂਦੇ ਆ ਕਿ ਅਸੀਂ ਕਰਜ਼ਾ ਮਾਫ ਕਰ ਦੇਣਾ, ਦੂਜੇ ਪਾਸੇ ਬੈਂਕਾਂ ਵਾਲੇ ਪਹਿਲਾਂ ਕਿਸਾਨਾਂ ਦੀਆਂ ਫੋਟੋ ਲਾ ਰਹੇ ਸੀ ਬਾਹਰ ਉਹਨਾਂ ਨੂੰ ਜਲੀਲ ਕਰਨ ਵਾਸਤੇ, ਫਿਰ ਪਿੰਡਾਂ 'ਚ ਲਾਊਡ ਸਪੀਕਰਾਂ 'ਤੇ ਅਨਾਊਂਸਮੈਂਟ ਹੁੰਦੀ ਸੀ ਉਹਨਾਂ ਨੂੰ ਜਲੀਲ ਕਰਨ ਵਾਸਤੇ, ਫਿਰ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਵੀ ਸਰਕਾਰ ਜਿਹੜੀ ਹੈ ਉਹ ਗਲਤ ਬਿਆਨੀ ਕਰਦੀ ਰਹੀ ਕਿ ਕਿਸੇ ਨੂੰ ਅਰੈਸਟ ਨਹੀਂ ਕੀਤਾ ਜਾਊਗਾ।
ਹੁਣ ਸਾਰੀਆਂ ਹੱਦਾਂ ਬੰਨੇ ਟੱਪ ਕੇ ਬੈਂਕਾਂ ਦੇ ਮੁਲਾਜ਼ਮ ਕਿਸਾਨਾਂ ਦੇ ਘਰਾਂ ਦੇ ਵਿੱਚ ਅੰਦਰ ਵੜ ਕੇ ਦਰੀਆਂ ਵਿਛਾ ਕੇ ਧਰਨੇ ਦੇ। ਹੁਣ ਦੱਸੋ ਇਸ ਤੋਂ ਵੱਧ ਤੁਸੀਂ ਜਲੀਲ ਕਿਸਾਨ ਨੂੰ ਕੀ ਕਰਵਾਉਣਾ? ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ। ਔਰ ਬੈਂਕ ਦੇ ਅਫਸਰ ਸਾਹਿਬਾਨ ਨੂੰ ਮੈਂ ਬੇਨਤੀ ਕਰਨਾ ਵੀ ਧਰਨਾ ਲਾਉਣਾ ਮੁੱਖ ਮੰਤਰੀ ਸਾਹਿਬ ਦੇ ਘਰ ਲਾਓ, ਜਿਹੜੇ ਕਹਿ ਰਹੇ ਆ ਵੀ ਅਸੀਂ ਤੁਹਾਡਾ ਕਰਜ਼ਾ ਅਸੀਂ ਦਿਆਂਗੇ। ਧਰਨਾ ਲਾਉਣਾ ਮੰਤਰੀਆਂ ਦੇ, ਕਾਂਗਰਸ ਦੇ, ਐਮਐਲਏ ਦੇ ਘਰਾਂ ਦੇ ਵਿੱਚ ਲਾਓ। ਇਹਨਾਂ ਗਰੀਬਾਂ ਦੇ ਜਿਹੜੇ ਅੱਗੇ ਹੀ ਕਰਜ਼ੇ ਦੇ ਮਾਰੇ ਆ, ਇਹਨਾਂ ਨੂੰ ਹੋਰ ਜਲੀਲ ਕਰੋਗੇ ਤਾਂ ਅੱਗੇ ਖੁਦਕੁਸ਼ੀਆਂ ਦੀ ਗਿਣਤੀ ਬਹੁਤ ਵਧੀ ਆ। ਇਸ ਲੈਵਲ ਤੱਕ ਜਦੋਂ ਤੁਸੀਂ ਜਲੀਲ ਕਰੋਗੇ ਤੇ ਫਿਰ ਬੰਦਾ ਮਜਬੂਰ ਹੋ ਕੇ ਕੀ ਕਰੂਗਾ? ਇਹ ਸਾਰਿਆਂ ਨੂੰ ਆਪਾਂ ਨੂੰ ਸੋਚਣਾ ਚਾਹੀਦਾ। ਬਹੁਤ ਹੀ ਮੈਂ ਇਸ ਗੱਲ ਨੂੰ ਕੰਡੈਮ ਕਰਦਾ। ਇਹ ਜਿਹੜਾ ਐਕਸ਼ਨ ਹੋਇਆ ਕਿਉਂ ਹੋਇਆ, ਗਵਰਨਮੈਂਟ ਨੂੰ ਪੜਤਾਲ ਕਰਨੀ ਚਾਹੀਦੀ ਹੈ ਔਰ ਤੁਰੰਤ ਜਿਹੜੀ ਇਸ ਤਰ੍ਹਾਂ ਦੀ ਹਰਕਤ ਹੈ ਕਿਸਾਨਾਂ ਦੇ ਖਿਲਾਫ ਇਹ ਬੰਦ ਹੋਣੀ ਚਾਹੀਦੀ ਹੈ।